ਅੱਛਾ, ਸੋਲਿਊਸ਼ਨ ਕੀ ਹੁੰਦਾ ਵਾ ਹੈ ਨਾ। ਡਿਫਰੈਂਸ਼ੀਅਲ ਇਕੁਏਸ਼ਨ ਕਿਹਨੂੰ ਕਹਿੰਦੇ ਆ? ਅ ਇਕੁਏਸ਼ਨ ਵਿੱਚ ਕੰਟੇਨ ਡੀ ਵਾਈ ਅਪੋਨ ਡੀ ਐਕਸ ਅਤੇ ਉਹਦਾ ਵੇਰੀਏਬਲ ਅਤੇ ਉਹਦੇ ਡੈਰੀਵੇਟਿਵ ਹੋਣ, ਅਸੀਂ ਉਹਨੂੰ ਕੀ ਕਹਿੰਦੇ ਆ? ਡਿਫਰੈਂਸ਼ੀਅਲ ਇਕੁਏਸ਼ਨ। ਸੋਲਿਊਸ਼ਨ ਉਹ ਹੁੰਦਾ ਜੇ ਉਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਡੈਰੀਵੇਟਿਵ ਖਤਮ ਹੋ ਜਾਵੇ, ਮਤਲਬ ਆਪਾਂ ਇੰਟੀਗ੍ਰੇਸ਼ਨ ਲੈ ਲਈਏ ਹੈ ਨਾ। ਜਦੋਂ ਇੱਕ ਨਵੀਂ ਇਕੁਏਸ਼ਨ ਬਣ ਜਾਂਦੀ ਹੈ ਜਿਸ 'ਚ ਡੀ ਵਾਈ ਅਪੋਨ ਡੀ ਐਕਸ ਨਹੀਂ ਹੁੰਦਾ, ਅਸੀਂ ਉਹਨੂੰ ਕੀ ਕਹਿੰਦੇ ਆ ਕਿ ਉਹਦਾ ਕੀ ਆ? ਸੋਲਿਊਸ਼ਨ ਆ। ਹੁਣ ਸੋਲਿਊਸ਼ਨ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਜਨਰਲ ਸੋਲਿਊਸ਼ਨ ਅਤੇ ਇੱਕ ਕੀ ਹੁੰਦਾ? ਪਰਟੀਕੂਲਰ ਸੋਲਿਊਸ਼ਨ। ਜਿਹੜਾ ਤਾਂ ਜਨਰਲ ਸੋਲਿਊਸ਼ਨ ਹੈ ਇਹ ਕੰਟੇਨ ਕਰਦਾ ਦੋ ਕੋਨਸਟੈਂਟ, ਜਿਵੇਂ C1 ਇੱਥੇ ਕੋਈ ਵੈਲਿਊ ਹੋਊਗੀ ਕੋਸ ਐਕਸ ਸਾਈਨ ਐਕਸ ਜਾਂ ਐਕਸ ਸਕੇਅਰ, ਪਲੱਸ C2 ਵੀ ਹੋ ਸਕਦਾ, C3 ਵੀ ਹੋ ਸਕਦਾ ਹੈ ਨਾ। ਹੁਣ ਜਦੋਂ ਅਸੀਂ ਕੌਨਸਟੈਂਟ ਦੀ ਵੈਲਿਊ ਸਾਨੂੰ ਨਹੀਂ ਪਤਾ ਹੁੰਦੀ, ਜਨਰਲ ਵੀ ਜਿਵੇਂ ਆਪਾਂ ਇੰਟੀਗ੍ਰੇਸ਼ਨ 'ਚ ਪਲੱਸ ਸੀ ਲਗਾ ਦਿੰਦੇ ਸੀ, ਉਵੇਂ ਇੱਥੇ ਜਨਰਲ ਸੋਲਿਊਸ਼ਨ 'ਚ ਸੀ ਆਉਂਦੇ ਆ ਵੀ ਸਾਨੂੰ ਨਹੀਂ ਪਤਾ ਸੀ ਦੀ ਵੈਲਿਊ ਜਨਰਲ ਕੁਛ ਵੀ ਹੋ ਸਕਦੀ ਆ। ਪਰਟੀਕੂਲਰ ਸੋਲਿਊਸ਼ਨ ਉਹ ਹੁੰਦਾ ਜਿਸ 'ਚ ਸਾਨੂੰ ਸੀ ਦੀ ਵੈਲਿਊ ਪਤਾ ਲੱਗ ਜਾਵੇ। ਇਸੇ ਸੋਲਿਊਸ਼ਨ ਦਾ ਪਰਟੀਕੂਲਰ ਕਦੋਂ ਬਣਦਾ? ਵੈਨ ਤੁਸੀਂ ਰਿਪਲੇਸ ਕਰ ਦਿਓ ਸੀ ਦੀ ਵੈਲਿਊ ਨੂੰ ਕਿਸੇ ਕੌਨਸਟੈਂਟ ਨਾਲ ਜਾਂ ਪਰਟੀਕੂਲਰ ਵੈਲਿਊ ਦੇ ਨਾਲ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਪਰਟੀਕੂਲਰ ਸੋਲਿਊਸ਼ਨ। ਲੱਗ ਗਈ ਸਮਝ? ਸੋਲਿਊਸ਼ਨ ਕੀ ਹੁੰਦਾ? ਡਿਫਰੈਂਸ਼ੀਅਲ ਇਕੁਏਸ਼ਨ ਦੇ ਹੱਲ ਨੂੰ ਅਸੀਂ ਕੀ ਕਹਿੰਦੇ ਆ? ਸੋਲਵ ਕਰਕੇ ਜਿੱਥੇ ਡੀ ਵਾਈ ਅਪੋਨ ਡੀ ਐਕਸ ਖਤਮ ਹੋ ਜਾਵੇ, ਮਤਲਬ ਇੰਟੀਗ੍ਰੇਸ਼ਨ ਅਸੀਂ ਕਰਤੀ, ਉਹਨੂੰ ਅਸੀਂ ਕੀ ਕਹਿੰਦੇ ਆ? ਸੋਲਿਊਸ਼ਨ। ਜਦੋਂ ਸਾਡੇ ਆਨਸਰ ਦੇ ਵਿੱਚ ਇੰਟੀਗ੍ਰੇਸ਼ਨ ਕਰਕੇ ਸਾਡੇ ਸੀ ਆਉਂਦੇ ਹੁੰਦੇ ਆ ਨਾ, ਤਾਂ ਆਨਸਰ ਵਿੱਚ ਜਿਹੜੇ ਸੀ ਆਉਂਦੇ ਆ ਉਹ ਕੀ ਹੁੰਦੇ ਆ? ਸਾਡੇ ਕੌਨਸਟੈਂਟ ਹੁੰਦੇ ਆ ਅਤੇ ਅਸੀਂ ਉਹਨਾਂ ਨੂੰ ਜਨਰਲ ਸੋਲਿਊਸ਼ਨ ਕਹਿ ਦਿੰਦੇ ਹਾਂ ਜਿਹਦੀ ਸਾਨੂੰ ਵੈਲਿਊ ਨਹੀਂ ਪਤਾ ਹੁੰਦੀ। ਪਰਟੀਕੂਲਰ ਸੋਲਿਊਸ਼ਨ ਦੇ ਵਿੱਚ ਸਾਨੂੰ ਸੀ ਦੀ ਵੈਲਿਊ ਪਤਾ ਹੁੰਦੀ ਆ, ਸਾਨੂੰ ਕੋਈ ਨਾ ਕੋਈ ਗਿਵਨ ਕੰਡੀਸ਼ਨ ਦਿੱਤੀ ਹੁੰਦੀ ਜਿੱਥੋਂ ਅਸੀਂ ਸੀ ਦੀ ਵੈਲਿਊ ਕੱਢ ਲੈਂਦੇ ਹਾਂ, ਦੈਟ ਇਜ਼ ਦਾ ਪਰਟੀਕੂਲਰ ਸੋਲਿਊਸ਼ਨ। ਇਟ ਇਜ਼ ਡਿਨੋਟਡ ਬਾਈ PI। ਪਰਟੀਕੂਲਰ ਸੋਲਿਊਸ਼ਨ ਨੂੰ ਅਸੀਂ PI ਵੀ ਲਿਖ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜੀ B ਐਕਸਰਸਾਈਜ਼ ਆ ਉਹ ਆਪਾਂ ਕਰਨੀ ਨਹੀਂ, ਉਹ 'ਚ ਵੈਰੀਫਿਕੇਸ਼ਨ ਆ ਕੁਛ ਨਹੀਂ ਹੈਗਾ, ਉਹ ਤੁਸੀਂ ਦੇਖ ਵੀ ਸਕਦੇ ਹੋ, ਬਾਕੀ ਪੇਪਰ 'ਚ ਡੈਫੀਨੇਟਲੀ ਨਹੀਂ ਆਉਂਦੀ। ਉਹ 'ਚ ਇਹੀ ਦੱਸਿਆ ਗਿਆ ਵਾ ਕਿ ਜਿਵੇਂ ਆਹ ਇਕੁਏਸ਼ਨ ਆ ਇਹਦਾ ਤੁਸੀਂ ਡੈਰੀਵੇਟਿਵ ਲੈ ਲਿਆ, ਡੈਰੀਵੇਟਿਵ ਕਰਕੇ ਜਿਹੜਾ ਆਨਸਰ ਆਇਆ ਠੀਕ ਹੈ ਉਹ ਸਾਡਾ ਕੀ ਹੋ ਗਿਆ? ਸੋਲਿਊਸ਼ਨ ਹੋ ਗਿਆ। ਠੀਕ ਹੈ, ਇਹ 'ਚ ਕੁਛ ਨਹੀਂ ਕੀਤਾ ਹੋਇਆ, ਜਾਂ ਵੈਰੀਫਿਕੇਸ਼ਨ ਕੀਤੀ ਹੋਈ ਹੈ ਵੈਲਿਊਜ਼ ਪੁੱਟ ਕਰਕੇ ਸਾਰੇ ਨਾ ਆਉਣ ਵਾਲੇ ਸਾਮਾਂ, ਫਿਰ ਵੀ ਇੱਕ ਵਾਰ ਜੇ ਦੇਖਣੇ ਆ ਤਾਂ ਦੇਖ ਲਿਓ। ਮਤਲਬ ਇਸ ਐਕਸਰਸਾਈਜ਼ 'ਚ ਕੀ ਦਿੱਤਾ ਹੋਇਆ ਕਿ ਤੁਹਾਨੂੰ ਆਲਰੇਡੀ ਸੋਲਿਊਸ਼ਨ ਦਿੱਤਾ ਹੋਇਆ, ਉਹ ਵੈਰੀਫਾਈ ਕਰਨਾ ਕਿ ਉਹ ਇਸ ਜਿਵੇਂ ਆਹ ਵਾ ਇਹ ਆਲਰੇਡੀ ਸੋਲਿਊਸ਼ਨ ਦਿੱਤਾ ਹੋਇਆ। ਦਿਸ ਵਨ ਇਜ਼ ਨੋਟ ਅ ਡਿਫਰੈਂਸ਼ੀਅਲ ਇਕੁਏਸ਼ਨ, ਦਿਸ ਵਨ ਇਜ਼ ਅ ਸੋਲਿਊਸ਼ਨ ਆਫ ਦਾ ਡਿਫਰੈਂਸ਼ੀਅਲ ਇਕੁਏਸ਼ਨ, ਕਿਉਂਕਿ ਇਹ 'ਚ ਕੋਈ ਡੀ ਵਾਈ ਅਪੋਨ ਡੀ ਐਕਸ ਨਹੀਂ, ਉਲਟਾ ਸੋਲਿਊਸ਼ਨ ਤੋਂ ਡਿਫਰੈਂਸ਼ੀਅਲ ਇਕੁਏਸ਼ਨ ਪ੍ਰੂਵ ਕੀਤੀ ਆ ਕਿ ਇਸੇ ਡਿਫਰੈਂਸ਼ੀਅਲ ਇਕੁਏਸ਼ਨ ਦਾ ਵਾ ਇਹ। ਇੱਥੋਂ ਪਤਾ ਲੱਗ ਗਿਆ ਸੀ ਇਹਦਾ ਦੋ ਵਾਰ ਡੈਰੀਵੇਟਿਵ ਫਾਈਂਡ ਕਰਨਾ। ਠੀਕ ਹੈ, ਮਤਲਬ ਕਿ ਸੋਲਿਊਸ਼ਨ ਨੂੰ ਡੈਰੀਵੇਟਿਵ ਕਰਕੇ ਪ੍ਰੂਵ ਕਰੋਗੇ ਕਿ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਵਾ, ਜਦ ਕਿ ਸਾਡੀ ਮੇਨ ਇਹ ਡਿਫਰੈਂਸ਼ੀਅਲ ਇਕੁਏਸ਼ਨ ਦਾ ਮੇਨ ਫੋਕਸ ਇਹ ਹੈ ਕਿ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਇੰਟੀਗ੍ਰੇਟ ਕਰਕੇ ਉਹਦਾ ਸੋਲਿਊਸ਼ਨ ਫਾਈਂਡ ਕਰਦੇ ਹਾਂ। ਇਹ ਵਾਲੀ ਐਕਸਰਸਾਈਜ਼ 'ਚ ਸਾਰਾ ਪੁੱਠਾ ਵਾ, ਤੁਹਾਨੂੰ ਸੋਲਿਊਸ਼ਨ ਦਿੱਤਾ ਹੋਇਆ, ਤੁਸੀਂ ਇਹ ਵੈਰੀਫਾਈ ਕਰਨਾ ਕਿ ਇਸੇ ਇਕੁਏਸ਼ਨ ਦਾ ਸੋਲਿਊਸ਼ਨ ਆ। ਇਸ ਕਰਕੇ ਨਾ ਤਾਂ ਇਹ ਸਿਲੇਬਸ 'ਚ ਆਉਂਦਾ, ਈਵਨ ਹੋਣ ਵਾਲੇ ਨਹੀਂ, ਪਹਿਲਾਂ ਵੀ ਨਹੀਂ ਸੀ ਮੈਂ ਕਰਵਾਉਂਦੀ ਹੁੰਦੀ। ਠੀਕ ਹੈ, ਜੇ ਤੁਸੀਂ ਇੱਕ ਵਾਰ ਪੜ੍ਹਨੀ ਆ ਪੜ੍ਹ ਲਿਓ, ਕੁਛ ਨਹੀਂ ਇਹ 'ਚ ਡੈਰੀਵੇਟਿਵ ਕਰਕੇ ਪ੍ਰੂਵ ਕੀਤਾ ਹੋਇਆ ਕਿ ਯੈਸ ਇਹ ਇਸੇ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਆ। ਉਸ ਤੋਂ ਬਾਅਦ ਥਰਡ ਆ ਗਈ ਫੋਰਮੇਸ਼ਨ ਆਫ ਅ ਡਿਫਰੈਂਸ਼ੀਅਲ ਇਕੁਏਸ਼ਨ। ਇਹ ਹੁਣ ਇਸ ਵਾਰ ਕੱਟਿਆ ਗਿਆ, ਤੁਸੀਂ ਜਿਹੜਾ ਰਿਡਿਊਸ ਦਾ ਸਿਲੇਬਸ ਮੈਂ ਤੁਹਾਨੂੰ ਭੇਜਿਆ ਉਹ 'ਚੋਂ ਇੱਕ ਵਾਰ ਤੁਸੀਂ ਵੀ ਚੈੱਕ ਕਰ ਲਓ। ਉਹ 'ਚ ਲਿਖਿਆ ਆ ਫੋਰਮੇਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨ, ਮਤਲਬ ਕਿ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਡਰਾਈਵ ਕਰਨਾ ਜਨਰਲ ਸੋਲਿਊਸ਼ਨ ਤੋਂ ਕੱਟਿਆ ਗਿਆ। ਇਹ ਵੀ ਉਸੇ ਵਿੱਚ ਹੀ ਆ ਗਿਆ, ਇਹ 'ਚ ਵੀ ਜਨਰਲ ਸੋਲਿਊਸ਼ਨ ਤੋਂ ਇੱਥੇ ਵੈਰੀਫਿਕੇਸ਼ਨ ਆ, ਇੱਥੇ ਇਸ ਐਕਸਰਸਾਈਜ਼ 'ਚ ਵੀ ਸੋਲਿਊਸ਼ਨ ਦਿੱਤਾ ਹੋਊਗਾ, ਉਹ ਤੋਂ ਕੀ ਬਣਾਉਣਾ ਹੈ? ਡਿਫਰੈਂਸ਼ੀਅਲ ਇਕੁਏਸ਼ਨ। ਉਹ ਵੀ ਕੀ ਆ? ਕੈਂਸਲ ਹੋ ਗਿਆ। ਲੱਗ ਗਈ ਸਮਝ? ਸੀ ਐਕਸਰਸਾਈਜ਼ ਵੀ ਇਹ ਆ ਕਿ ਸੋਲਿਊਸ਼ਨ ਤੁਹਾਨੂੰ ਦਿੱਤਾ ਹੋਇਆ, ਉਹ ਤੋਂ ਤੁਸੀਂ ਡਰਾਈਵ ਕਰਨੀ ਆ ਡਿਫਰੈਂਸ਼ੀਅਲ ਇਕੁਏਸ਼ਨ, ਉਹ ਵੀ ਤੁਹਾਡੀ ਸਿਲੇਬਸ 'ਚ ਖਤਮ ਹੋ ਗਈ। ਹੁਣ ਤੁਹਾਡੇ ਕੋਲ ਆ ਗਈ ਡੀ। ਵੈਸੇ ਵੀ ਪਿਛਲੇ ਸਾਲ ਵੀ ਸਾਡਾ ਇੱਥੋਂ ਹੀ ਮੇਨ ਸ਼ੁਰੂ ਹੁੰਦਾ ਸੀ, ਇੱਕ ਪਹਿਲੀ ਐਕਸਰਸਾਈਜ਼ ਤੋਂ ਬਾਅਦ ਸਿੱਧੀ ਡੀ ਆਉਂਦੀ ਸੀ, ਮਤਲਬ ਇਹ ਘਟਾਉਂਦੇ ਨਾ ਘਟਾਉਂਦੇ ਮੈਂ ਵੀ ਨਹੀਂ ਕਰਾਉਂਦੀ ਹੁੰਦੀ। ਡਿਫਰੈਂਟ ਟਾਈਪ ਆਫ ਦਾ ਸੋਲਵਿੰਗ ਫਸਟ ਡਿਗਰੀ ਡਿਫਰੈਂਸ਼ੀਅਲ ਇਕੁਏਸ਼ਨ। ਇਹ ਸਾਡਾ ਟੋਪਿਕ ਕੀ ਆ ਕਿ ਹੁਣ ਤੁਹਾਨੂੰ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਈ ਆ, ਉਹ ਫਸਟ ਆਰਡਰ ਦੀ ਵੀ ਹੋ ਸਕਦੀ ਆ, ਉਹ ਫਸਟ ਡਿਗਰੀ ਦੀ ਵੀ ਹੋ ਸਕਦੀ ਆ। ਹੁਣ ਅਸੀਂ ਕੀ ਫਾਈਂਡ ਕਰਨੇ ਆ? ਸੋਲਿਊਸ਼ਨ, ਜੋ ਮੈਂ ਪਹਿਲਾਂ ਸੋਲਿਊਸ਼ਨ ਹੀ ਡਿਸਕਸ ਕੀਤੇ ਸੀ। ਨਾਓ ਵੀ ਵਿਲ ਡਿਸਕਸ ਸੋਲਿਊਸ਼ਨ ਫਰੋਮ ਦਾ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ।
ਪਿੱਛੇ ਦੋ ਐਕਸਰਸਾਈਜ਼ਾਂ 'ਚ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਸੀ, ਸੋਲਿਊਸ਼ਨ ਤੋਂ ਡਿਫਰੈਂਸ਼ੀਅਲ ਇਕੁਏਸ਼ਨ ਬਣਾਉਣਾ ਸੀ ਜੋ ਅਨਇੰਪੋਰਟੈਂਟ ਹੈ ਅਤੇ ਹੁਣ ਸਿਲੇਬਸ 'ਚ ਵੀ ਨਹੀਂ। ਬਟ ਦਿਸ ਵਨ ਇਜ਼ ਇੰਪੋਰਟੈਂਟ ਕਿ ਡਿਫਰੈਂਸ਼ੀਅਲ ਇਕੁਏਸ਼ਨ ਤੋਂ ਸੋਲਿਊਸ਼ਨ ਬਣਾਉਣੇ ਆ, ਇਟ ਮੇ ਬੀ ਜਨਰਲ ਔਰ ਪਰਟੀਕੂਲਰ। ਹੁਣ ਦੇਖੋ ਉਹਨੇ ਕਿਹਾ ਸੋਲਵ, ਅੱਛਾ ਇਹਦੇ ਵਿੱਚ ਕੀ ਆ, ਕੁਛ ਨਹੀਂ ਹੈਗਾ ਇਹਦੇ ਵਿੱਚ। ਜੇ ਤੁਹਾਡੀ ਇਕੁਏਸ਼ਨ ਆ ਉਹ ਐਵੇਂ ਦੀ ਫੋਰਮ ਦੇ ਵਿੱਚ ਹੋਵੇ, ਡੈਰੀਵੇਟਿਵ ਤਾਂ ਹੋਊਗਾ ਹੀ ਹੋਊਗਾ ਡਿਫਰੈਂਸ਼ੀਅਲ ਇਕੁਏਸ਼ਨ 'ਚ। ਇੱਧਰ ਸਾਰਾ ਇੱਥੇ ਡਿਪੈਂਡੈਂਟ ਵੇਰੀਏਬਲ ਕੌਣ ਆ, ਐਕਸ, ਮਤਲਬ ਕਿ ਇੱਥੇ ਸਾਰੀ ਇਨ ਫੋਰਮ ਆਫ ਕੀ ਹੋਵੇ, ਸੋਰੀ ਡਿਪੈਂਡੈਂਟ ਵੇਰੀਏਬਲ ਵਾਈ ਆ ਜਿਹੜਾ ਡਿਪੈਂਡ ਕਰ ਰਿਹਾ ਐਕਸ 'ਤੇ, ਉਹਦੇ ਰਿਸਪੈਕਟ ਹੀ ਡੈਰੀਵੇਟਿਵ ਹੋਵੇ। ਮਤਲਬ ਸਾਡੀ ਸੈਪਰੇਟੇਸ਼ਨ ਹੋਵੇ ਵੀ ਐਕਸ ਇੱਕ ਪਾਸੇ ਪਿਆ, ਡੈਰੀਵੇਟਿਵ ਇੱਕ ਪਾਸੇ ਪਿਆ, ਚੁੱਪ ਕਰਕੇ ਇਹਦੀ ਕੀ ਕਰ ਦਿਓ, ਇੰਟੀਗ੍ਰੇਸ਼ਨ। ਠੀਕ ਹੈ, ਤੇ ਇੰਟੀਗ੍ਰੇਸ਼ਨ ਜਦੋਂ ਅਸੀਂ ਕਰਾਂਗੇ ਡੈਰੀਵੇਟਿਵ ਤਾਂ ਖਤਮ ਹੋ ਜਾਊਗਾ, ਮਤਲਬ ਇਹ ਕੀ ਬਣ ਜਾਊਗਾ, ਸੋਲਿਊਸ਼ਨ। ਜਿਹ 'ਚ ਡਿਫਰੈਂਸ਼ੀਅਲ ਇਕੁਏਸ਼ਨ 'ਚ ਡੈਰੀਵੇਟਿਵ ਖਤਮ ਹੋ ਜਾਵੇ, ਦੈਟ ਇਜ਼ ਦਾ ਸੋਲਿਊਸ਼ਨ। ਹੁਣ ਦੇਖੋ ਆਹ ਵਾਲੀ ਚੀਜ਼ ਆ, ਹੁਣ ਆ 1 + x ਸਕੁਏਅਰ ਨੂੰ ਮੈਂ ਇੱਧਰ ਲੈ ਜਾ, ਇੱਧਰ ਕੱਲੀ dy/dx ਛੱਡ ਦਾਂ। ਅਸੀਂ ਆਪਣੇ ਸੋਲਵ ਕਰ ਲੈਂਦੇ ਹਾਂ, ਆਪਾਂ ਜਿਵੇਂ ਸਿੱਖਿਆ ਆਪਾਂ ਉਵੇਂ ਕਰ ਲੈਂਦੇ ਹਾਂ। ਪਹਿਲਾਂ ਤਾਂ ਜਾ ਵੀ ਨਹੀਂ ਸਕਦਾ ਡਿਵੀਜ਼ਨ, ਪਹਿਲਾਂ ਐਕਸ ਜਾਊਗਾ। 1 + x ਸਕੁਏਅਰ dy/dx 2 tan ਇਨਵਰਸ x + x। ਹੁਣ ਇਹ ਉੱਧਰ ਚੱਲ ਜੂਗਾ, dy/dx 2 tan ਇਨਵਰਸ x 1 + x ਸਕੁਏਅਰ x ਸਕੁਏਅਰ + 1 ਲਿਖ ਲਓ ਇਹਨੂੰ। ਠੀਕ ਹੈ ਜੀ, ਇਹਦਾ ਡੈਰੀਵੇਟਿਵ ਉੱਪਰ ਟੈਨ ਇਨਵਰਸ ਦਾ ਡੈਰੀਵੇਟਿਵ ਆ ਪਿਆ, ਮਤਲਬ ਇਸ ਕੇਸ 'ਚ ਅਸੀਂ ਪੁੱਟ ਕਰ ਦਾਂਗੇ ਟੈਨ ਇਨਵਰਸ ਨੂੰ। ਹੁਣ ਤੁਹਾਡੀ ਰਿਵੀਜ਼ਨ ਆ ਇਹ ਇੰਟੀਗ੍ਰੇਸ਼ਨ ਦੀ, ਤਾਂ ਤੁਸੀਂ ਇਹ ਤਾਂ ਕਰ ਲਓਗੇ। ਮਤਲਬ ਆਹ ਵਾਲੀ ਚੀਜ਼ ਤੁਹਾਡੀ ਕੀ 'ਚ ਕਨਵਰਟ ਹੋ ਜੂਗੀ, dt 'ਚ। ਆਹ ਕੀ ਹੋ ਗਿਆ, t 'ਚ, 2t dt। ਇੱਧਰ ਕੀ ਆ, ਉਹ ਵਾਲੀ ਚੀਜ਼ ਆ ਗਈ, ਨੀਚੇ ਪਾਵਰ ਜ਼ਿਆਦਾ ਉੱਪਰ ਘੱਟ ਆ ਤਾਂ ਡੈਰੀਵੇਟਿਵ ਬਣਾ ਦਿਓ। ਇੱਥੇ ਡੈਰੀਵੇਟਿਵ 2x 2 ਨਾਲ ਮਲਟੀਪਲਾਈ 2 ਨਾਲ ਡਿਵਾਈਡ, ਅਤੇ ਆ ਵੀ 1/2 ਤੁਹਾਡਾ ਇੱਥੇ ਆ ਜਾਊਗਾ ਅਤੇ ਇਹ ਲੌਗ 'ਚ ਆ ਜਾਊਗੀ। ਠੀਕ ਹੈ ਜੀ, ਆਹ ਦੇਖੋ 1/2 ਲੌਗ 'ਚ ਇਹ ਆ ਗਈ, ਇਹਦਾ ਟੈਨ ਇਨਵਰਸ ਸਕੁਏਅਰ ਆ ਗਿਆ। ਕਰ ਲਓਗੇ ਇਹ ਤਾਂ ਇੰਟੀਗ੍ਰੇਸ਼ਨ। ਹੁਣ ਇਹਦੇ ਵਿੱਚ ਦੇਖ ਲਓ, ਫਾਈਂਡ ਦਾ ਜਨਰਲ ਸੋਲਿਊਸ਼ਨ। ਹੁਣ ਜਨਰਲ ਇਹਨੂੰ ਕਿਉਂ ਕਿਹਾ ਗਿਆ, ਕਿਉਂਕਿ ਇੰਟੀਗ੍ਰੇਸ਼ਨ ਕਰਕੇ c ਆ ਗਈ। ਫਾਈਂਡ ਦਾ ਜਨਰਲ ਸੋਲਿਊਸ਼ਨ ਆਫ ਦਾ ਡਿਫਰੈਂਸ਼ੀਅਲ ਇਕੁਏਸ਼ਨ ਇਜ਼ ਦਿਸ। ਇਹ 'ਚ ਵੀ ਕੀ ਹੈ, dy/dx 1 + tan, ਆਹ x ਵਾਲੇ ਇੱਕ ਪਾਸੇ ਲੈ ਜਾਓ, ਆਪਣੇ ਢੰਗ ਨਾਲ ਲੈ ਗਏ। ਹੁਣ ਤੁਹਾਨੂੰ ਪਤਾ ਟੈਨ ਦਾ ਡੈਰੀਵੇਟਿਵ ਸੈਕੰਡ ਸਕੁਏਅਰ ਪਿਆ, ਹੁਣ ਤੁਹਾਨੂੰ ਪਤਾ ਕਿਹਨੂੰ ਪੁੱਟ ਕਰਨਾ, ਟੈਨ ਨੂੰ ਪੁੱਟ ਕਰਨਾ ਵਾ। ਠੀਕ ਹੈ ਜੀ, ਅਤੇ ਉਹਦਾ ਡੈਰੀਵੇਟਿਵ ਕੀ ਆ, ਆਹ ਚੀਜ਼ ਬਣ ਜੂਗੀ ਤੁਹਾਡੇ ਕੋਲ 2t। ਹੁਣ ਇਹਦਾ ਉੱਪਰ ਡੈਰੀਵੇਟਿਵ ਬਣਾ ਦਿਓ, ਚਾਹੇ ਸੈਪਰੇਟੇਸ਼ਨ ਕਰਕੇ ਬਣਾ ਦਿਓ, ਇਕੱਠਾ ਬਣਾਉਣਾ ਇਕੱਠਾ ਬਣਾ ਦਿਓ, ਤੁਹਾਨੂੰ ਪਤਾ ਹੀ ਹੈ, ਤੁਸੀਂ ਆਪਣੇ ਢੰਗ ਨਾਲ ਸੋਲਵ ਕਰੋਗੇ। ਜਨਰਲ ਸੋਲਿਊਸ਼ਨ ਆ c ਆ ਜੂ। ਥਰਡ ਐਗਜ਼ਾਮਪਲ ਨਹੀਂ ਕਰਨੀ, ਬਾਕੀ ਇਸ ਟਾਈਪ ਦੀ ਐਗਜ਼ਾਮਪਲ ਨਾ ਕਰਿਓ, ਬਾਕੀ ਫੋਰਥ ਵੀ ਨਾ ਕਰਿਓ। ਠੀਕ ਹੈ ਜੀ, ਬਾਕੀ ਆਹ ਐਕਸਰਸਾਈਜ਼ 'ਚੋਂ ਵੀ ਆਹ ਜਿਹੜੇ ਹੋ ਸਕਦੇ ਹੋਏ ਆਹ ਨਾ ਕਰਿਓ, 17 ਨਾ ਕਰਿਓ, 16 ਨਾ ਕਰਿਓ। ਠੀਕ ਹੈ ਜੀ, ਬਾਕੀ ਸਮ ਟਰਾਈ ਕਰ ਲਿਓ। ਇੰਟੀਗ੍ਰੇਸ਼ਨ ਦੀ ਪ੍ਰੈਕਟਿਸ ਹੀ ਆ, ਤਾਂ ਹੀ ਮੈਂ ਪਹਿਲਾਂ ਇੰਟੀਗ੍ਰੇਸ਼ਨ ਇਹੀ ਕਰਵਾਤਾ ਕਿ ਨਾਲ ਹੀ ਤੁਹਾਡੀ ਇੰਟੀਗ੍ਰੇਸ਼ਨ ਦੀ ਕੀ ਹੋ ਜੂਗੀ, ਪ੍ਰੈਕਟਿਸ। ਨਹੀਂ ਪਹਿਲਾਂ ਮੈਂ LPP ਕਰਵਾਉਣੀ ਸੀ। 9D ਹੋ ਗਈ। ਹੁਣ ਨੈਕਸਟ ਜਿਹੜੀ ਹੈਗੀ ਆ 9D ਤੋਂ ਬਾਅਦ ਸਾਡੀ ਕੀ ਆ ਗਈ, 9E। ਇਹਦੇ ਵਿੱਚ ਵੀ ਕੀ ਆ, ਉਹੀ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ ਆ। ਹੋ ਸਕਦਾ ਉਹ ਇੱਦਾਂ ਦਿੱਤੀ ਹੋਵੇ, dy/dx ਵੀ ਇੱਥੇ ਜਿਹੜਾ ਵਾਈ ਐਕਸ 'ਤੇ ਨਹੀਂ ਡਿਪੈਂਡ ਕਰ ਰਹੇ ਆ। ਠੀਕ ਹੈ ਜੀ, ਨਹੀਂ ਤਾਂ ਡੈਰੀਵੇਟਿਵ ਜਿਹਦੇ ਰਿਸਪੈਕਟ ਹੁੰਦਾ ਇਕੁਏਸ਼ਨ ਵੀ ਉਹਦੇ ਉਹ 'ਤੇ ਡਿਪੈਂਡ ਕਰਨੀ ਚਾਹੀਦੀ ਆ ਵਾਈ। ਹੁਣ ਉਲਟਾ ਇਹਦੇ ਵਿੱਚ ਤਾਂ ਕੀ ਕਰਾਂਗੇ ਅਸੀਂ, ਹੁਣ ਵੀ ਸੈਪਰੇਟੇਸ਼ਨ ਤਾਂ ਹੋ ਜੂਗੀ। ਹੁਣ ਕੀ ਹੋ ਜੂਗਾ, ਆਹ dy ਵਾਈ ਵਾਈ ਇਹਦੇ ਨੀਚੇ ਚਲ ਜੂਗਾ, dx ਇੱਧਰ ਆ ਜੂਗਾ। ਹੁਣ ਇੰਟੀਗ੍ਰੇਸ਼ਨ ਕਰ ਦਿਓ ਬਸ। ਹੁਣ ਇਹ 'ਚ ਨਵੀਂ ਕੀ ਚੀਜ਼ ਆ ਕਿ ਉੱਧਰ ਅਸੀਂ ਇਕੱਲੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ ਐਕਸ ਕਰਦੇ ਸੀ, ਇੱਧਰ ਅਸੀਂ ਇੰਟੀਗ੍ਰੇਸ਼ਨ ਹੁਣ ਵਾਈ ਦੀ ਵਿਦ ਰਿਸਪੈਕਟ ਟੂ ਵਾਈ ਕਰਾਂਗੇ। ਕੋਈ ਫਰਕ ਨਹੀਂ, ਸੇਮ ਚੀਜ਼ ਆ। ਤੁਹਾਨੂੰ ਕੀ ਆ, ਵੇਰੀਏਬਲ ਚੇਂਜ ਹੋ ਗਿਆ, ਤੁਹਾਨੂੰ ਤਾਂ ਬੇਸਿਕ ਆਉਂਦਾ ਇੰਟੀਗ੍ਰੇਸ਼ਨ ਦਾ। ਹੁਣ ਆਹ ਦੇਖੋ 1 + y² ਅਪੋਨ ਦਾ ਗਿਵਨ ਸੋਲਿਊਸ਼ਨ ਇਜ਼ dy/dx ਇਜ਼ ਇਕੁਅਲ ਟੂ ਦਿਸ। ਹੁਣ ਦੇਖੋ ਮੈਂ ਇੱਥੇ ਸੈਪਰੇਟੇਸ਼ਨ ਕਰਨੀ ਆ, ਜਿਵੇਂ ਮਰਜ਼ੀ ਕਰ ਲਓ। ਆਹ dx ਕੋਲੋਂ dx ਇੱਕ ਸਾਈਡ 'ਤੇ ਕਰਤਾ ਮੈਂ ਉਲਟ, ਅਤੇ ਆਹ ਇਹਦੇ ਕੋਲੋਂ ਮੈਂ dy ਲੈ ਆਈ। ਠੀਕ ਹੈ ਜੀ, ਆਹ ਅਗਲੀ ਲਾਈਨ 'ਚ ਆ ਗਿਆ dy ਇੱਥੇ। ਫਿਰ 1/y³ y² ਅਪੋਨ y³, ਦੋਨਾਂ ਨੂੰ ਕੀ ਕਰਤਾ, ਅਲੱਗ ਅਲੱਗ।
एक मिनट, अच्छा ਇੱਥੇ ਸਾਡੀ ਉਹ ਇੰਟੀਗ੍ਰੇਸ਼ਨ ਬਾਈ ਪਾਰਟਸ ਲੱਗੀ ਆ ਨਾ, ਸੋਰੀ ਪਾर्ट्स नहीं, पार्शियल फ्रैक्शन लगी है क्योंकि ऊपर पावर ज़्यादा नीचे की है घट आ, पार्शियल फ्रैक्शन लगूगी, मैं करके दिखा देनी है। मैं लॉन्ग डिवीजन नहीं लाई हुई इन्होंने, वो तो लगूगी क्योंकि इम्प्रॉपर आ देखो सैपरेटेशन। चलो मैं शुरू तो ही कर देनी है। फर्स्ट एग्जाम्पल कि है 9E दी 1 + y² अपॉन y³, ठीक है जी। आ उधर चल गया y³ 1 + y², आ उधर चल गया dx, ठीक है। हुण असीं की करांगे, इंटीग्रेट बोथ साइड कर देंगे, ठीक है जी। हुण आ y दी 3 ते इत्थे की आ y² + 1, इत्थे y आ गया, इत्थे y³ + y, आ तां कैंसल हो गया, आ की आ गया नीचे -y, ठीक है जी। हुण आ -y की बन गया मेरा रिमाइंडर, आ आंसर है, इत्थे प्लस लगता हुंदा, इत्थे y² + 1, मतलब कि आ चीज़ नूं हुण मैं की लिख सकती हाँ, दिस 1 = दिस 1 माइनस y अपॉन y² + 1, इत्थे इंटीग्रेशन ऑफ dx दी तां x ही आऊगी क्योंकि 1 आ, इत्थे भी दोनों की इंटीग्रेशन विद रिस्पैक्ट टू की आ y, इत्थे y की इंटीग्रेशन की आऊगी y² अपॉन 2, इत्थे 2y 2 नाल मल्टीप्लाई कर दो तो 2 नाल की कर दो, डिवाइड कर दो। हुण की बन जूगी तुहाडे कोलों log ऑफ y² + 1 + c = x, c चाहे उस साइड ला दो चाहे इस साइड ला दो, जिवें मर्जी, चाहे एवें करके लिख लो भी x बराबर दिस कल्ले x भी सैपरेटेशन शो करनी है, इत्थे छड्डना इत्थे छड्ड दो, कोई प्रॉब्लम नहीं। नैक्सट dy अपॉन dx आ जिहड़ी सैकेंड एग्जाम्पल देखो, वो सेकेंड y दिती हुई है ना। हुण मैं जे अलग अलग वेरीएबल करने y वाले पासे कौन आ जाऊगा, सेकेंड y, dx उधर चल गया, इंटीग्रेशन कर दो, सेकेंड उपर जाके की बन जाऊगा cos y की इंटीग्रेशन सारिਆਂ ਨੂੰ पता की हुंदी है, sin y ते इधर की है +c = x, ठीक है जी।